ਹੈਲੋ ਗਾਇਸ, ਹੁਣ ਮੈਂ ਦੱਸ ਰਹੀ ਹਾਂ ਆਪਾਂ ਟ੍ਰੇਡਿੰਗ ਕਿਵੇਂ ਕਰਨੀ ਹੈ। ਅੱਜ ਇਹ ਵੀਡੀਓ ਉਹਨਾਂ ਲਈ ਹੈ ਜੋ ਟ੍ਰੇਡਿੰਗ ਸਟਾਰਟ ਕਰਨਾ ਚਾਹੁੰਦੇ ਆ। ਫਸਟ ਆਫ ਆਲ, ਟ੍ਰੇਡਿੰਗ ਕਿੰਨੇ ਟਾਈਪ ਦੀ ਹੁੰਦੀ ਆ? ਵਾਟ ਇਜ਼ ਟ੍ਰੇਡਿੰਗ? ਟ੍ਰੇਡਿੰਗ ਫੋਰੈਕਸ ਟ੍ਰੇਡਿੰਗ ਹੁੰਦੀ ਹੈ, ਕ੍ਰਿਪਟੋ ਟ੍ਰੇਡਿੰਗ ਹੁੰਦੀ ਹੈ, ਸਟੋਕ ਟ੍ਰੇਡਿੰਗ, ਸਟੋਕ ਮਾਰਕੀਟ ਦੇ ਵਿੱਚ ਟ੍ਰੇਡਿੰਗ, ਕੋਮੋਡਿਟੀ ਟ੍ਰੇਡਿੰਗ ਹੁੰਦੀ ਆ। ਜਿਹੜੀ ਆਪਾਂ ਫੋਰੈਕਸ ਦੇ ਵਿੱਚ ਟ੍ਰੇਡਿੰਗ ਕਰਦੇ ਆ ਉਹ ਯੂਰੋ, US ਡਾਲਰ, ਬ੍ਰਿਟਿਸ਼ ਪਾਉਂਡ, ਜਪੈਨੀਜ਼ ਐਵੇਂ ਦੀਆਂ ਕਰੰਸੀਜ਼ ਹੁੰਦੀਆਂ, ਆਪਾਂ ਉਹਦੇ ਉੱਤੇ ਕਰਦੇ ਆ। ਇਹ ਵਰਲਡ ਵਾਈਡ ਹੁੰਦੀ ਆ। ਦੂਜੀ ਆ ਕ੍ਰਿਪਟੋ ਟ੍ਰੇਡਿੰਗ। ਕ੍ਰਿਪਟੋ ਟ੍ਰੇਡਿੰਗ ਜਿਵੇਂ ਕ੍ਰਿਪਟੋ ਕਰੰਸੀਜ਼ ਹੁੰਦੀਆਂ, ਕਰੰਸੀਜ਼ ਬਹੁਤ ਸਾਰੀ ਕਰੰਸੀਜ਼ ਹੈ ਲਾਈਕ ਡੋਜਕੋਇਨ, ਮੈਟਿਕ, XRP ਔਰ ਮੈਨੀ ਮੋਰ। ਕ੍ਰਿਪਟੋ ਟ੍ਰੇਡਿੰਗ ਹੈ ਜਿਹੜੀ ਕ੍ਰਿਪਟੋ ਟ੍ਰੇਡਿੰਗ ਕਰਦੇ ਆ ਆਪਾਂ, ਇਹ ਕ੍ਰਿਪਟੋ ਵਾਲੀ ਮਾਰਕੀਟ 24 ਘੰਟੇ ਖੁੱਲੀ ਰਹਿੰਦੀ ਆ। ਆਪਾਂ ਕਦੋਂ ਵੀ ਇਹਦੇ 'ਚ ਟ੍ਰੇਡਿੰਗ ਕਰ ਸਕਦੇ ਹਾਂ, ਦਿਨ ਨੂੰ, ਰਾਤ ਨੂੰ, ਕਦੋਂ ਵੀ। ਔਰ ਥਰਡ ਹੈ ਸਟੋਕ ਮਾਰਕੀਟ। ਸਟੋਕ ਮਾਰਕੀਟ ਆਪਣੀ ਸਿਰਫ ਆਪਾਂ ਇੰਡੀਆ ਦੀ ਸਟੋਕ ਦੇ ਵਿੱਚ ਹੀ ਟ੍ਰੇਡਿੰਗ ਕਰ ਸਕਦੇ ਹਾਂ। ਸਟੋਕ ਮਾਰਕੀਟ ਲਾਈਕ ਟਾਟਾ ਮੋਟਰਸ, ਬਜਾਜ ਫਾਈਨੈਂਸ, ਜਿੰਦਲ ਸਟੀਲ ਪਾਵਰ, ਆਪਾਂ ਉਹਦੇ 'ਚ ਟ੍ਰੇਡਿੰਗ ਕਰਦੇ ਹਾਂ। ਹੋਰ ਵੀ ਬਹੁਤ ਸਾਰੇ ਨੇ। ਔਰ ਸਟੋਕ ਮਾਰਕੀਟ ਹੈ ਜਿਹੜੀ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਓਪਨ ਰਹਿੰਦੀ ਆ ਔਰ ਸਵੇਰ 9:15 ਤੋਂ ਲੈ ਕੇ 3:30 ਵਜੇ ਤੱਕ ਰਹਿੰਦੀ ਆ। ਔਰ ਫੋਰਥ ਹੈਗੀ ਹੈ ਕੋਮੋਡਿਟੀ। ਕੋਮੋਡਿਟੀ ਲਾਈਕ ਗੋਲਡ ਦੇ ਵਿੱਚ, ਸਿਲਵਰ ਦੇ ਵਿੱਚ, ਉਹਦੇ 'ਚ ਟ੍ਰੇਡਿੰਗ ਹੁੰਦੀ ਆ। ਨੈਕਸਟ ਹੋ ਗਿਆ ਟਾਈਪਸ ਆਫ ਟ੍ਰੇਡਿੰਗ। ਕਿੰਨੇ ਟਾਈਪ ਦੀ ਹੁੰਦੀ ਆ ਟ੍ਰੇਡਿੰਗ? ਸਕੈਲਪਿੰਗ, ਡੇ ਟ੍ਰੇਡਿੰਗ, ਸਵਿੰਗ ਟ੍ਰੇਡਿੰਗ, ਪੋਜੀਸ਼ਨ ਟ੍ਰੇਡਿੰਗ। ਜਿਹੜੀ ਹੈਗੀ ਆ ਸਕੈਲਪਿੰਗ, ਸਕੈਲਪਿੰਗ ਆਪਾਂ ਕਰਦੇ ਹਾਂ। ਸਕੈਲਪਿੰਗ ਸ਼ੋਰਟ ਟਰਮ ਵਾਸਤੇ ਹੁੰਦੀ ਆ, ਜਿਵੇਂ ਦੀ ਸੈਕਿੰਡਸ ਦੇ ਵਿੱਚ ਜਾਂ ਮਿੰਟ ਦੇ ਵਿੱਚ ਕਰਦੇ ਹਾਂ। ਲਗਭਗ 5 ਮਿੰਟ, 10 ਮਿੰਟ ਜਾਂ ਬਸ ਸਕੈਲਪਿੰਗ ਇੰਨੇ ਤੇ ਹੀ ਹੁੰਦੀ ਆ। ਅਗਲੀ ਹੈਗੀ ਇੰਟਰਾਡੇ। ਇੰਟਰਾਡੇ ਵੀ ਸ਼ੋਰਟ ਟਰਮ ਵਾਸਤੇ ਹੁੰਦੀ ਆ, ਮਤਲਬ ਇੱਕ ਦਿਨ ਵਿੱਚ ਮੈਕਸੀਮਮ। ਆਪਾਂ ਇਹਨੂੰ ਓਵਰਨਾਈਟ ਹੋਲਡ ਨਹੀਂ ਕਰ ਸਕਦੇ। ਔਰ ਇਹ ਆਪਾਂ 15 ਮਿੰਟ ਦੀ ਕੈਂਡਲ ਦੇ ਉੱਤੇ ਕਰਦੇ ਹਾਂ ਜਾਂ 30 ਮਿੰਟ ਦੀ ਕੈਂਡਲ ਦੇ ਉੱਤੇ ਟ੍ਰੇਡ ਇਹਦੇ 'ਚ ਕਰਦੇ ਹਾਂ। ਪਰ ਉੱਥੇ ਹੀ ਸਟੋਕ ਮਾਰਕੀਟ ਦੇ ਵਿੱਚ ਆਪਾਂ ਇੰਟਰਾਡੇ ਜਦੋਂ ਕਰਨਾ ਹੈ, ਆਪਾਂ ਸਵੇਰ 9:15 ਵਜੇ ਤੱਕ ਆਪਾਂ ਟ੍ਰੇਡ ਲੈਂਦੇ ਹਾਂ ਔਰ 3:30 ਤੋਂ ਪਹਿਲਾਂ ਆਪਾਂ ਨੂੰ ਐਗਜ਼ਿਟ ਹੋਣਾ ਪੈਂਦਾ, ਚਾਹੇ ਉਹ ਆਪਣਾ ਪ੍ਰੋਫਿਟ ਹੈ ਚਾਹੇ ਉਹ ਆਪਣਾ ਲੋਸ ਹੈ। ਅਗਲਾ ਹੈਗਾ ਸਵਿੰਗ ਟ੍ਰੇਡਿੰਗ। ਸਵਿੰਗ ਟ੍ਰੇਡਿੰਗ ਦੇ ਵਿੱਚ ਆਪਾਂ ਸ਼ੋਰਟ ਟਰਮ ਵਾਸਤੇ ਕਰਦੇ ਹਾਂ ਜਾਂ ਮੀਡੀਅਮ ਟਰਮ ਵਾਸਤੇ ਕਰਦੇ ਹਾਂ। ਇਹ ਕੁਝ ਦਿਨਾਂ ਵਾਸਤੇ ਹੁੰਦਾ ਹੈ, ਕੁਝ ਵੀਕਸ ਵਾਸਤੇ ਹੁੰਦਾ ਹੈ। ਨੈਕਸਟ ਹੈ ਪੋਜੀਸ਼ਨ ਟ੍ਰੇਡਿੰਗ। ਪੋਜੀਸ਼ਨ ਟ੍ਰੇਡਿੰਗ ਦੇ ਵਿੱਚ ਆਪਾਂ ਟ੍ਰੇਡ ਨੂੰ ਲੌਂਗ ਟਰਮ ਵਾਸਤੇ ਹੋਲਡ ਕਰਦੇ ਹਾਂ, ਕੁਝ ਵੀਕਸ ਵਾਸਤੇ, ਮੰਥ ਵਾਸਤੇ ਜਾਂ ਈਅਰਸ ਵਾਸਤੇ ਆਪਾਂ ਇਹਨੂੰ ਹੋਲਡ ਕਰਦੇ ਹਾਂ। ਉਹ ਹੁੰਦੀ ਹੈ ਸਵਿੰਗ ਟ੍ਰੇਡਿੰਗ। ਸਵਿੰਗ ਨਹੀਂ ਹੁੰਦੀ, ਨਹੀਂ ਸੌਰੀ, ਪੋਜੀਸ਼ਨ ਟ੍ਰੇਡਿੰਗ ਹੁੰਦੀ ਆ। ਨੈਕਸਟ ਹੈ ਵਟ ਇਜ਼ ਟ੍ਰੇਡਿੰਗ ਐਂਡ ਇਨਵੈਸਟਿੰਗ। ਇਨਵੈਸਟਿੰਗ ਔਰ ਟ੍ਰੇਡਿੰਗ ਦੇ ਵਿੱਚ ਕੀ ਡਿਫਰੈਂਸ ਹੈ? ਜੋ ਟ੍ਰੇਡਿੰਗ ਹੈ, ਟ੍ਰੇਡਿੰਗ ਆਪਾਂ ਇੱਕ ਦਿਨ ਦੇ ਵਿੱਚ ਕਰਦੇ ਹਾਂ। ਇੰਟਰਾਡੇ ਹੈ ਜਿਹੜੀ ਜਾਂ ਸਕੈਲਪਿੰਗ ਹੈ, ਉਹਨੂੰ ਟ੍ਰੇਡਿੰਗ ਬੋਲਦੇ ਆ। ਔਰ ਇਨਵੈਸਟਿੰਗ ਲੌਂਗ ਟਰਮ ਵਾਸਤੇ ਜਾਂ ਆਪਾਂ ਕੁਝ ਜਿਹੜੀ ਟ੍ਰੇਡ ਆਪਾਂ ਵੀਕਸ ਵਾਸਤੇ ਹੋਲਡ ਕਰਦੇ ਹਾਂ ਉਸ ਨੂੰ ਆਪਾਂ ਕਹਿੰਦੇ ਹਾਂ ਇਨਵੈਸਟਿੰਗ। ਮਤਲਬ ਕਿ ਟ੍ਰੇਡਿੰਗ ਔਰ ਇਨਵੈਸਟਿੰਗ ਦੋਨੇ ਸੇਮ ਚੀਜ਼ਾਂ ਹੈ ਨਹੀਂ ਆ, ਅੱਡੋ ਅੱਡ ਚੀਜ਼ਾਂ। ਟ੍ਰੇਡਿੰਗ ਇੱਕ ਦਿਨ ਵਾਸਤੇ ਇੰਟਰਾਡੇ ਵਾਲੀ ਹੁੰਦੀ ਆ ਔਰ ਇਨਵੈਸਟਿੰਗ ਆਪਾਂ ਲੌਂਗ ਟਰਮ ਵਾਸਤੇ ਜਾਂ ਸ਼ੋਰਟ ਟਰਮ ਵਾਸਤੇ ਜਿਹੜੀ ਹੋਲਡ ਕਰਦੇ ਆ ਉਸ ਨੂੰ ਬੋਲਦੇ ਆ। ਨੈਕਸਟ ਹੋ ਗਿਆ ਹਾਊ ਟੂ ਸਟਾਰਟ ਟ੍ਰੇਡਿੰਗ। ਟ੍ਰੇਡਿੰਗ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਨੂੰ ਆਪਣਾ ਮਾਈਂਡਸੈਟ ਪ੍ਰਪੇਅਰ ਕਰਨਾ ਪਊਗਾ। ਮਾਈਂਡ ਨੂੰ ਪ੍ਰਪੇਅਰ ਕਰਨਾ ਹੈ ਕਿ ਹੁਣ ਮੈਂ ਟ੍ਰੇਡਿੰਗ ਕਰਨ ਲੱਗਾ ਤੇ ਆਪਾਂ ਐਵੇਂ ਨਹੀਂ ਸੋਚਣਾ ਕਿ ਆਪਾਂ ਕਿਸੇ ਗੈਂਬਲਿੰਗ ਦੇ ਵਿੱਚ ਆ ਰਹੇ ਹਾਂ, ਕੋਈ ਆਪਾਂ ਕੁਇਕ ਪ੍ਰੋਫਿਟ ਲੈਣ ਵਾਸਤੇ ਆ ਰਹੇ ਹਾਂ। ਐਵੇਂ ਦਾ ਕੁਝ ਵੀ ਨਹੀਂ ਸੋਚਣਾਗਾ। ਆਪਾਂ ਐਵੇਂ ਵੀ ਨਹੀਂ ਸੋਚਣਾ ਕਿ ਇਹਦੇ ਨਾਲ ਸਾਡੀ ਰੈਗੂਲਰ ਇਨਕਮ ਹੋਊਗੀ। ਰੈਗੂਲਰ ਬਿਲਕੁਲ ਨਹੀਂ ਹੋਊਗੀ, ਕਦੇ ਕਦੇ ਹੋਊਗੀ, ਉਹ ਵੀ ਜਦੋਂ ਆਪਾਂ ਕੁਝ ਸਿੱਖ ਗਏ ਥੋੜਾ ਬਹੁਤ ਉਦੋਂ ਹੋਊਗੀ। ਔਰ ਸੱਚ ਵੀ ਇਹੀ ਆ ਕਿ ਟ੍ਰੇਡਿੰਗ ਨਾਲ
ਸਿਰਫ ਆਪਾਂ ਕਦੇ-ਕਦੇ ਇਨਕਮ ਕਰ ਸਕਦੇ ਹਾਂ, ਡੇਲੀ ਆਪਾਂ ਇਨਕਮ ਬਿਲਕੁਲ ਵੀ ਨਹੀਂ ਕਰ ਸਕਦੇ ਜਦੋਂ ਤੱਕ ਆਪਾਂ ਐਕਸਪਰਟ ਨਹੀਂ ਬਣ ਜਾਂਦੇ। ਔਰ ਐਕਸਪਰਟ ਵੀ ਉਦੋਂ ਡੇਲੀ ਇਨਕਮ ਕਰਦੇ ਆ ਜਦੋਂ ਫੁੱਲ ਟਾਈਮ ਟਰੇਡਰ ਹੁੰਦੇ ਆ, ਸਾਰਾ ਦਿਨ ਬੈਠ ਕੇ ਜਦੋਂ ਗ੍ਰਾਫ ਵੇਖਦੇ ਆ, ਜਦੋਂ ਟਰੇਡਿੰਗ ਕਰਦੇ ਆ, ਉਦੋਂ ਹੀ ਫੁੱਲ ਟਾਈਮ ਮਤਲਬ ਕਿ ਰੈਗੂਲਰ ਇਨਕਮ ਹੁੰਦੀ ਆ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਆਪਦੀ ਜੋਬ ਛੱਡ ਕੇ, ਸਟੱਡੀ ਛੱਡ ਕੇ ਕੋਈ ਵੀ ਆਪਦਾ ਬਿਜ਼ਨਸ ਬੰਦ ਕਰਕੇ ਟਰੇਡਿੰਗ 'ਚ ਨਹੀਂ ਆਉਣਾ। ਓਕੇ, ਬਸ ਆਹੀ ਧਿਆਨ 'ਚ ਰੱਖੋ ਵੀ ਮੈਂ ਬਾਕੀ ਕੰਮ ਕਰਦੇ ਹੋਏ, ਆਪਦੇ ਮਤਲਬ ਕਿ ਸਟੱਡੀ ਜੋਬ ਕਰਦੇ ਹੋਏ अब ਮੈਂ ਟਰੇਡਿੰਗ ਪਾਰਟ ਟਾਈਮ ਸਿੱਖਣੀ ਆ। ਸਿੱਖਣ ਦੇ ਬਾਅਦ 2-3 ਸਾਲ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਨੂੰ ਇਹ ਰੈਗੂਲਰ ਇਨਕਮ ਦਊਗੀ। ਉਹਨਾਂ ਟਾਈਮ ਆਪਾਂ ਜ਼ਿਆਦਾ ਨਹੀਂ ਸੋਚਣਾ, ਬਸ ਸਿੱਖਣ ਤੇ ਧਿਆਨ ਦੇਣਾ ਹੈ। ਜਿਵੇਂ ਆਪਾਂ ਹੁਣ ਜੋਬ ਕਰਦੇ ਹਾਂ, ਪਹਿਲਾਂ ਆਪਾਂ ਨੂੰ ਟ੍ਰੇਨਿੰਗ ਮਿਲਦੀ ਹੈ, ਟ੍ਰੇਨਿੰਗ ਕਰਨ ਦੇ ਬਾਅਦ ਹੀ ਆਪਾਂ ਨੂੰ ਇਨਕਮ ਡੇਲੀ ਮਿਲਦੀ ਆ। ਉਸੇ ਹਿਸਾਬ ਨਾਲ ਹੀ ਟ੍ਰੇਡਿੰਗ ਆ, ਟ੍ਰੇਡਿੰਗ ਪਹਿਲਾਂ ਸਿੱਖਣੀ ਆ, ਟ੍ਰੇਨਿੰਗ ਲੈਣੀ ਆ ਇਹਦੀ, ਉਸ ਤੋਂ ਬਾਅਦ ਹੀ ਆਪਾਂ ਇਹ ਸੋਚ ਸਕਦੇ ਹਾਂ ਕਿ ਆਪਾਂ ਨੂੰ ਰੈਗੂਲਰ ਇਨਕਮ ਦਊਗੀ। ਐਜ਼ ਅ ਬਿਗਨਰ ਬਸ ਤੁਸੀਂ ਆਪਣੇ ਮਾਈਂਡ 'ਚ ਸੈੱਟ ਰੱਖੋ ਵੀ ਆਪਾਂ ਸਿੱਖਣ ਆਏ ਆ, ਯੂ ਆਰ ਇ ਟ੍ਰੇਨੀ। ਜਦੋਂ ਸਿੱਖਣ ਆਏ ਹੋ ਤਾਂ ਪ੍ਰੋਸੈਸ ਤੇ ਫੋਕਸ ਕਰੋ ਤੇ ਨਾ ਕਿ ਪੈਸੇ ਤੇ। ਇਹ ਚੀਜ਼ ਸਭ ਨਾਲ ਹੁੰਦੀ ਆ। ਈਵਨ ਐਕਸਪਰਟ ਵੀ ਭੁੱਲ ਜਾਂਦੇ ਆ, ਉਹ ਵੀ ਐਵੇਂ ਸੋਚਦੇ ਆ ਕਿ ਅਸੀਂ ਅੱਜ ਇੰਨੇ ਕੱਢ ਲਈਏ। ਉਹ ਐਵੇਂ ਸੋਚਦੇ ਇਹ ਭੁੱਲ ਜਾਂਦੇ ਆ ਕਿ ਅਸੀਂ ਕਿੰਨਾ ਕੁ ਰਿਸਕ ਚੱਕ ਰਹੇ ਹਾਂ। ਉਧਰੋਂ ਤਾਂ ਉਹ ਰਿਸਕ ਲੈ ਲੈਂਦੇ ਆ, ਉਧਰੋਂ ਮਾਰਕੀਟ ਡਿੱਗ ਜਾਂਦੀ ਹੈ, ਫੋਲ ਹੋ ਜਾਂਦੀ ਹੈ, ਫਿਰ ਉਹ ਟਰੇਡਰ ਤੋਂ ਇਨਵੈਸਟਰ ਬਣ ਜਾਂਦੇ ਆ, ਫਿਰ ਉਹਨਾਂ ਨੂੰ ਆਪਦੀ ਟਰੇਡ ਹੋਲਡ ਕਰਨੀ ਪੈਂਦੀ ਆ। ਆਪਾਂ ਐਵੇਂ ਦਾ ਕੁਝ ਨਹੀਂ ਕਰਨਾ, ਆਪਾਂ ਪਹਿਲਾਂ ਸਿੱਖਣ ਤੇ ਫੋਕਸ ਕਰਨਾ ਹੈ। Most important thing, you need to understand you are here as a training ਦਾ ਫੋਕਸ ਸਿਰਫ ਪ੍ਰੋਸੈਸ ਤੇ ਹੁੰਦਾ, ਸਕਿੱਲ ਸਿੱਖਣ ਤੇ ਹੁੰਦਾ, ਨਾ ਕਿ ਪੈਸੇ ਤੇ ਹੁੰਦਾ। ਪ੍ਰੋਬਲਮ ਇਹੀ ਆ, ਹਰ ਕੋਈ ਬਿਗਨਰ ਹੈ ਜਿਹੜਾ ਉਹ ਪੈਸੇ ਦੇ ਕਰਕੇ ਥੋੜਾ ਇਨਫਲੂਐਂਸ ਹੋ ਜਾਂਦਾ ਹੈ ਕਿ ਚੱਲ ਅੱਜ 100 ਰੁਪਏ ਕਮਾ ਲੈਂਦੇ ਆ, ਅੱਜ ਆਪਾਂ ਰੂਲ ਤੋੜ ਦਿੰਦੇ ਆ, ਕਮਾ ਲੈਂਦੇ ਆ, ਬਸ ਉਸੇ ਦੇ ਵਿੱਚ ਸਾਰੀ ਆਪਣੀ ਗੜਬੜ ਹੋ ਜਾਂਦੀ ਆ। Mindset should be of a trainee and should not have the greed for money. ਪੁਆਇੰਟ ਦੂਜਾ, ਟ੍ਰੇਡਿੰਗ ਆਪਾਂ ਐਗਜ਼ੀਕਿਊਟ ਕਿਵੇਂ ਕਰਨੀ ਆ। ਟ੍ਰੇਡਿੰਗ ਐਗਜ਼ੀਕਿਊਟ ਕਰਨ ਦੇ ਵਾਸਤੇ ਆਪਾਂ ਨੂੰ ਆਪਣੇ ਕੋਲ ਹੋਣਾ ਚਾਹੀਦਾ ਡੀਮੈਟ ਅਕਾਊਂਟ। ਡੀਮੈਟ ਅਕਾਊਂਟ ਜਿਵੇਂ ਦੀ ਐਂਜਲ ਬ੍ਰੋਕਿੰਗ, ਜਰੋਦਾ, ਅਪਸਟੋਕ ਐਂਡ ਨੰਬਰਸ ਆਫ, ਇਹਨਾਂ ਨੂੰ ਬ੍ਰੋਕਰਸ ਬੋਲਦੇ ਆ। ਜੋ ਵੀ ਐਕਸਚੇਂਜ ਹੁੰਦੀ ਆ ਉਹਨਾਂ ਨੂੰ ਬ੍ਰੋਕਰਸ ਬੋਲਦੇ ਆ। ਬ੍ਰੋਕਰਸ ਦੋ ਟਾਈਪ ਦੇ ਹੁੰਦੇ ਆ, ਡਿਸਕਾਊਂਟ ਬ੍ਰੋਕਰ, ਫੁੱਲ ਸਰਵਿਸ ਬ੍ਰੋਕਰ। ਫॉर ਬਿਗਨਰ ਆਈ ਡੋਂਟ ਸੁਜੈਸਟ ਫੁੱਲ ਸਰਵਿਸ ਬ੍ਰੋਕਰਸ ਬਿਕੋਜ਼ ਇਹ ਬਹੁਤ ਜ਼ਿਆਦਾ ਚਾਰਜ ਲੈਂਦੇ ਆ। ਮੇਰੇ ਹਿਸਾਬ ਨਾਲ ਜਰੋਦਾ ਔਰ ਅਪਸਟੋਕ ਵਧੀਆ। ਔਰ ਫॉर ਕ੍ਰਿਪਟੋ ਵਨ ਇਜ਼ ਦੀ ਬੈਸਟ ਐਪਲੀਕੇਸ਼ਨ ਇਜ਼ ਬਾਈਨੈਂਸ। ਬਾਈਨੈਂਸ ਆਪਣੇ ਤੋਂ ਕੋਈ ਵੀ ਚਾਰਜ ਨਹੀਂ ਲੈਂਦਾ, ਇਹ ਆਪਾਂ ਪਲੇ ਸਟੋਰ ਤੋਂ ਜਾ ਕੇ ਸਿੱਧਾ ਡਾਊਨਲੋਡ ਕਰ ਸਕਦੇ ਹਾਂ ਔਰ ਆਪਾਂ ਇਹਦੇ ਵਿੱਚ ਆਪਣੀ ਅਕਾਊਂਟ ਬਣਾ ਕੇ KYC ਕਰਕੇ ਟ੍ਰੇਡਿੰਗ ਕਰ ਸਕਦੇ ਹਾਂ। ਔਰ ਮੈਨੂੰ ਲੱਗਦਾ ਕਿ ਜਰੋਦਾ ਤੇ ਥੋੜੇ ਬਹੁਤ ਚਾਰਜ ਲੱਗਦੇ ਆ ਅਕਾਊਂਟ ਖੋਲ੍ਹਣ ਦੇ ਉੱਤੇ। ਹੁਣ ਆਪਾਂ ਡੀਮੈਟ ਅਕਾਊਂਟ ਵੀ ਬਣਾ ਲਿਆ, ਬਟ ਇਹ ਆਪਾਂ ਨੂੰ ਕਿਵੇਂ ਪਤਾ ਲੱਗੂ ਕਿ ਆਪਾਂ ਕਿਹੜੇ ਸਟੋਕ ਦੇ ਵਿੱਚ ਜਾਂ ਕਿਹੜੇ ਕ੍ਰਿਪਟੋ ਦੇ ਵਿੱਚ ਆਪਾਂ ਟ੍ਰੇਡਿੰਗ ਕਰਨੀ ਆ। ਸਭ ਤੋਂ ਪਹਿਲਾਂ ਤਾਂ ਆਪਾਂ ਵੋਲਿਊਮ ਚੈੱਕ ਕਰਦੇ ਹਾਂ ਕਿ ਜਿਹੜੇ ਸਟੋਕ ਦੇ ਵਿੱਚ ਜਾਂ ਜਿਹੜੀ ਕ੍ਰਿਪਟੋ ਦੇ ਵਿੱਚ ਸਭ ਤੋਂ ਜ਼ਿਆਦਾ ਵੋਲਿਊਮ ਹੈ, ਆਪਾਂ ਉਹਦੇ ਵਿੱਚ ਅੱਜ ਟ੍ਰੇਡਿੰਗ ਕਰਾਂਗੇ। ਮਤਲਬ ਥੋੜਾ ਵੋਲੇਟਾਈਲ ਹੈ, ਉਹਦੇ ਵਿੱਚ ਆਪਾਂ ਕਰਾਂਗੇ। ਸਾਈਡਵੇਜ਼ ਮਾਰਕੀਟ ਦੇ ਵਿੱਚ ਆਪਾਂ ਟ੍ਰੇਡਿੰਗ ਨਹੀਂ ਕਰਨੀ। ਔਰ ਵੋਲਿਊਮ ਦਾ ਪਤਾ ਆਪਾਂ ਜਦੋਂ ਐਕਸਚੇਂਜ ਦੇ ਮੇਨ ਹੋਮ ਪੇਜ ਤੇ ਹੁੰਦੇ ਆ ਤਾਂ ਇੱਕ ਸਾਈਡ ਤੇ ਆਪਾਂ ਨੂੰ 24 ਘੰਟਿਆਂ ਦਾ ਆਪਾਂ ਨੂੰ ਪਤਾ ਚੱਲ ਜਾਂਦਾ ਹੈ, ਵੋਲਿਊਮ ਵਾਲਾ ਲਿਖਿਆ ਹੁੰਦਾ, ਆਪਾਂ ਉੱਥੇ ਵੇਖ ਸਕਦੇ ਹਾਂ। ਦੂਜੀ ਗੱਲ, ਆਪਾਂ ਕੱਲੀ ਵੋਲਿਊਮ ਨਹੀਂ ਵੇਖਣੀ, ਬਾਕੀ ਟੈਕਨੀਕਲ ਐਨਾਲਿਸਿਸ ਵੀ ਕਰਾਂਗੇ ਕਿ ਜੋ ਕਿ ਗ੍ਰਾਫ ਤੇ ਹੁੰਦੀ ਆ। ਵੇਖਿਆ ਹੋਣਾ ਗ੍ਰਾਫ ਕੈਂਡਲ ਸਟਿਕ ਵਾਲਾ ਹੁੰਦਾ ਹੈ, ਉਸ ਤੇ ਬਹੁਤ ਜ਼ਿਆਦਾ ਕਾਫੀ ਅੱਗੇ ਤੁਹਾਨੂੰ ਅੱਗੇ ਦੱਸੂਗੀ ਵੀ ਕਿਵੇਂ ਟੈਕਨੀਕਲ ਐਨਾਲਿਸਿਸ ਕਰਨੇ ਆਪਾਂ, ਉਹ ਵੀ ਵੇਖਣੇ ਆ, ਉਹ ਵੀ ਧਿਆਨ 'ਚ ਰੱਖਣਾ ਜਿਵੇਂ। ਔਰ ਦੂਜੀ ਗੱਲ, ਫੰਡਾਮੈਂਟਲ ਐਨਾਲਿਸਿਸ ਵੀ ਹੁੰਦੇ ਆ, ਉਸ ਤੇ ਵੀ ਆਪਾਂ ਧਿਆਨ ਰੱਖਣਾ। ਪਰ ਇੰਟਰਾਡੇ ਦੇ ਵਿੱਚ ਆਪਾਂ ਜ਼ਿਆਦਾ ਧਿਆਨ
नहीं रखना, उदों सिर्फ टैक्नीकल ते ही ध्यान रखना है। फंडामेंटल ਆਪਾਂ ਜਦੋਂ ਆਪਾਂ ਕੋਈ ਵੀਕਸ ਵਾਸਤੇ ਜਾਂ ਥੋੜੇ ਦਿਨਾਂ ਵਾਸਤੇ ਕਰਦੇ ਆ, ਉਦੋਂ ਆਪਾਂ ਨੂੰ ਫੰਡਾਮੈਂਟਲ ਧਿਆਨ ਦੇ ਵਿੱਚ ਰੱਖਣਾ ਪੈਂਦਾ ਹੈ। ਜਿਵੇਂ ਦੀ ਕਿ ਥੋੜੇ ਟਾਈਮ ਪਹਿਲਾਂ ਰੋਨਾਲਡੋ ਨੇ ਕਿਸੇ ਕਹਿੰਦੇ ਸਟੇਜ ਦੇ ਉੱਪਰ ਉਹ ਕੀਤਾ ਸੀ ਨਾ ਕਿ ਕੋਕਾ ਕੋਲਾ ਦੀ ਬੋਟਲ ਸੀ ਉਹ ਚੱਕ ਕੇ ਸਾਈਡ ਤੇ ਰੱਖਤੀ ਸੀ, ਔਰ ਪਾਣੀ ਵਾਲੀ ਬੋਟਲ ਸੀ ਜੋ ਅੱਗੇ ਕੀਤੀ ਸੀ, ਤਾਂ ਉਦੋਂ ਕੋਕਾ ਕੋਲਾ ਦੇ ਸ਼ੇਅਰਸ ਕਿੰਨੇ ਜ਼ਿਆਦਾ ਡਾਊਨ ਆ ਗਏ ਸੀ। ਮਤਲਬ ਫੰਡਾਮੈਂਟਲ ਇਸ ਚੀਜ਼ ਕੰਮ ਕਰਦਾ ਹੈ ਕਿ ਉਦੋਂ ਜਿਹੜੇ ਵੱਡੇ ਜਿਵੇਂ ਦੀ ਆ ਹੋ ਗਏ, ਇਲੋਨ ਮਾਸਕ ਹੋ ਗਿਆ, ਚੱਲ ਰੋਨਾਲਡੋ ਮੰਨ ਲਓ, ਇਹ ਲੋਕ ਜਦੋਂ ਕੋਈ ਐਵੇਂ ਦੀ ਕੋਈ ਐਕਟੀਵਿਟੀ ਕਰਦੇ ਆ ਤਾਂ ਉਦੋਂ ਮਾਰਕੀਟ ਦੇ ਉੱਤੇ ਫਰਕ ਬਹੁਤ ਪੈਂਦਾ, ਬਹੁਤ ਪ੍ਰਭਾਵ ਪੈਂਦਾ। ਮਤਲਬ ਸਿਰਫ ਉਹਦੇ ਇੱਕ ਕੋਕਾ ਕੋਲਾ ਦੀ ਬੋਤਲ ਸਾਈਡ ਤੇ ਰੱਖਣ ਨਾਲ ਹੀ ਕੋਕਾ ਕੋਲਾ ਦੇ ਸ਼ੇਅਰ ਬਹੁਤ ਜ਼ਿਆਦਾ ਡਾਊਨ ਹੋ ਗਏ ਸੀਗੇ। ਆਈ ਥਿੰਕ 29,000 ਕਰੋੜ ਦੇ ਸਮਥਿੰਗ ਕਹਿੰਦੇ ਸੀਗੇ ਕਿ ਇੰਨੇ ਜ਼ਿਆਦਾ ਡਾਊਨ ਹੋ ਗਏ। ਔਰ ਪਿੱਛੇ ਜੇ ਜਦੋਂ ਇਲੋਨ ਮਾਸਕ ਨੇ ਬਿਟਕੋਇਨ ਨੂੰ ਲੈ ਕੇ ਕੋਈ ਟਵੀਟ ਕੀਤਾ ਸੀ ਤਾਂ ਬਿਟਕੋਇਨ ਦਾ ਰੇਟ ਬਹੁਤ ਜ਼ਿਆਦਾ ਡਾਊਨ ਹੋ ਗਿਆ ਸੀ। ਮਤਲਬ ਜਦੋਂ ਆਪਾਂ ਸ਼ੋਰਟ ਟਰਮ ਵਾਸਤੇ ਜਾਂ ਵੀਕਸ ਵਾਸਤੇ ਆਪਾਂ ਕੋਈ ਟ੍ਰੇਡ ਹੋਲਡ ਕਰਦੇ ਹਾਂ, ਉਦੋਂ ਆਪਾਂ ਨੂੰ ਫੰਡਾਮੈਂਟਲ ਧਿਆਨ 'ਚ ਰੱਖਣਾ ਪੈਂਦਾ। ਫੰਡਾਮੈਂਟਲ ਇਹੀ ਹੁੰਦਾ ਕਿ ਬਾਹਰ ਜਿਹੜੇ ਆ ਐਕਟੀਵਿਟੀ ਹੋ ਰਹੀ ਆ ਉਹ ਚੀਜ਼ ਨੂੰ ਆਪਾਂ ਫੰਡਾਮੈਂਟਲ ਬੋਲਦੇ ਹਾਂ। ਔਰ ਜਦੋਂ ਬਸ ਸਟੋਕ ਦੇ ਵਿੱਚ ਇਹ ਹੈ ਕਿ ਸਟੋਕ ਦੇ ਵਿੱਚ ਸਿਰਫ ਇੰਡੀਆ ਦੇ ਫੰਡਾਮੈਂਟਲੀ ਧਿਆਨ 'ਚ ਰੱਖਣੇ ਹੁੰਦੇ ਆ। ਕ੍ਰਿਪਟੋ ਦੇ ਵਿੱਚ, ਫੋਰੈਕਸ ਦੇ ਵਿੱਚ ਆਪਾਂ ਨੂੰ ਵਰਲਡ ਵਾਈਡ ਦਾ ਧਿਆਨ ਰੱਖਣਾ ਪੈਂਦਾ। ਹੁਣ ਨੈਕਸਟ ਪੁਆਇੰਟ ਕਿ ਫੰਡਿੰਗ ਆਪਾਂ ਕਿਵੇਂ ਕਰਨੀ ਆ। ਫੰਡਿੰਗ ਤੁਸੀਂ ਕਰਨੀ ਆ ਬਟ ਐਜ਼ ਅ ਬਿਗਨਰ ਤੁਸੀਂ ਫੰਡਿੰਗ ਬਿਲਕੁਲ ਵੀ ਨਹੀਂ ਕਰਨੀ, ਤੁਸੀਂ ਕਰਨੀ ਆ ਪੇਪਰ ਟ੍ਰੇਡਿੰਗ। ਪੇਪਰ ਟ੍ਰੇਡਿੰਗ ਵਿਊ ਤੇ ਹੁੰਦੀ ਆ। ਟ੍ਰੇਡਿੰਗ ਵਿਊ ਇੱਕ ਐਪਲੀਕੇਸ਼ਨ ਆ ਜਿਹੜਾ ਤੁਸੀਂ ਪਲੇ ਸਟੋਰ ਤੋਂ ਆਈ ਥਿੰਕ ਡਾਊਨਲੋਡ ਕਰ ਸਕਦੇ, ਸਿੱਧਾ ਕ੍ਰੋਮ ਤੇ ਜਾ ਕੇ ਵੀ ਅਕਾਊਂਟ ਬਣ ਜਾਂਦਾ, ਫ੍ਰੀ ਦਾ ਅਕਾਊਂਟ ਬਣਦਾ। ਉੱਥੇ ਜਾ ਕੇ ਆਪਾਂ ਨੂੰ ਫੇਕ ਮਨੀ ਦਿੱਤੀ ਜਾਂਦੀ ਆ। ਫੇਕ ਮਨੀ ਹੁੰਦੀ ਆ ਮਤਲਬ ਕਿ ਉਹ ਉਹਨਾਂ ਦੀ ਅਕਾਊਂਟ ਵਾਲਿਆਂ ਦੀ ਹੁੰਦੀ ਆ, ਆਪਣੀ ਕੋਈ ਮਨੀ ਨਹੀਂ। ਉਹ ਉਸ ਤੇ ਆਪਾਂ ਟ੍ਰੇਡਿੰਗ ਕਰਕੇ ਆਪਣਾ ਜੋ ਵੀ ਆਪਣੀ ਸਟ੍ਰੈਟਜੀ ਆ ਉਹ ਆਪਾਂ ਅਪਲਾਈ ਕਰਕੇ ਵੇਖ ਸਕਦੇ ਹਾਂ ਵੀ ਸਹੀ ਜਾ ਰਿਹਾ ਕਿ ਨਹੀਂ ਜਾ ਰਿਹਾ। ਪਹਿਲਾਂ ਆਪਾਂ ਸ਼ੁਰੂਆਤ ਦੇ ਵਿੱਚ ਸਿਰਫ ਪੇਪਰ ਟ੍ਰੇਡਿੰਗ ਹੀ ਕਰਨੀ ਆ। Paper trading is a simulated trade that allows a trader to practice buying and selling without risking real money. ਰੀਅਲ ਟਾਈਮ ਤੇ ਸਟ੍ਰੈਟਜੀ ਆਪਾਂ ਚੈੱਕ ਕਰ ਸਕਦੇ ਹਾਂ ਟ੍ਰੇਡਿੰਗ ਵਿਊ ਤੇ ਫੇਕ ਮਨੀ ਨਾਲ। ਔਰ ਦੂਜੀ ਗੱਲ ਆ ਗਈ ਐਕਚੁਅਲ ਫੰਡਿੰਗ ਦੀ। ਜਦੋਂ ਆਪਾਂ ਐਕਚੁਅਲ ਫੰਡਿੰਗ ਕਰਨੀ ਆ ਤਾਂ ਆਪਾਂ ਕ੍ਰਿਪਟੋ ਦੇ ਵਾਸਤੇ ਆਪਾਂ ਨੂੰ 2,000 ਤੋਂ ਲੈ ਕੇ 5,000 ਤੱਕ ਬਹੁਤ ਆ, ਆਪਾਂ ਐਸੇ ਹੀ ਆਪਾਂ ਟ੍ਰੇਡਿੰਗ ਕਰ ਸਕਦੇ ਹਾਂ। ਔਰ ਫੋਰ ਸਟੋਕ ਦੇ ਵਿੱਚ ਆਪਾਂ ਨੂੰ 10,000 ਤੋਂ ਲੈ ਕੇ 20,000 ਤੱਕ ਆਪਣੇ ਕੋਲ ਮਨੀ ਫੰਡਿੰਗ ਆਪਣੀ ਹੋਣੀ ਚਾਹੀਦੀ ਆ, ਫੇਰ ਹੀ ਮਤਲਬ ਕੁਛ ਨਾ ਕੁਛ ਬਣੂਗਾ। ਔਰ ਸਵਿੰਗ ਵਾਸਤੇ ਹੁੰਦੇ ਆ ਘੱਟੋ ਘੱਟ ਆਪਣੇ ਕੋਲ 1 ਲੱਖ ਤੋਂ ਲੈ ਕੇ ਆਪਾਂ ਨੂੰ 5 ਲੱਖ ਤੱਕ ਆਪਣੇ ਅਕਾਊਂਟ ਦੇ ਵਿੱਚ ਹੋਣੇ ਚਾਹੀਦੇ ਆ। ਔਰ ਅਗਰ ਆਪਾਂ ਇੰਟਰਾਡੇ ਕਰਨ ਵਾਲੇ ਆ ਕ੍ਰਿਪਟੋ 'ਚ ਜਾਂ ਸਟੋਕ ਦੇ ਵਿੱਚ ਤਾਂ ਆਪਾਂ ਨੂੰ ਲੀਵਰੇਜ ਦਿੱਤੀ ਜਾਂਦੀ ਆ। ਸਟੋਕ ਦੇ ਵਿੱਚ 5x ਦੀ ਦਿੱਤੀ ਜਾਂਦੀ ਆ ਔਰ ਕ੍ਰਿਪਟੋ ਦੇ ਵਿੱਚ ਕਾਫੀ ਸਾਰੀ ਹੁੰਦੀ ਆ, ਆਈ ਥਿੰਕ 125 ਤੱਕ ਹੁੰਦੀ ਆ, ਪਰ ਸ਼ੁਰੂਆਤ ਦੇ ਵਿੱਚ ਆਪਾਂ ਨੂੰ ਥੋੜੀ ਮਿਲਦੀ ਆ। ਪਰ ਆਪਾਂ ਨੂੰ ਹਮੇਸ਼ਾ ਲੀਵਰੇਜ ਘੱਟ ਯੂਜ਼ ਕਰਨੀ ਚਾਹੀਦੀ ਹੈ। ਲੀਵਰੇਜ ਬਾਰੇ ਮੈਂ ਅੱਗੇ ਦੱਸ ਦੂੰਗੀ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ। ਲੀਵਰੇਜ ਦਾ ਮਤਲਬ ਥੋੜਾ ਜਿਹਾ ਦੱਸ ਦਿੰਦੀ ਆ। ਲੀਵਰੇਜ ਐਵੇਂ ਹੁੰਦੀ ਹੈ ਕਿ ਆਪਾਂ ਨੂੰ ਐਵੇਂ ਸਮਝੋ ਕਿ ਆਪਾਂ ਨੂੰ ਜੋ ਅਕਾਊਂਟ ਵਾਲੇ ਆ ਉਹ ਆਪਾਂ ਨੂੰ ਸਟੋਕ ਦੇ ਵਿੱਚ ਗੱਲ ਕਰੀਏ ਤਾਂ ਆਪਾਂ ਨੂੰ ਮਤਲਬ ਕਿ ਆਪਣੀ ਜਿਹੜੀ ਆਪਣਾ ਮੇਨ ਫੰਡ ਹੈ ਜਿਵੇਂ ਦੀ 2,000 ਹੈ ਤਾਂ ਆਪਾਂ ਨੂੰ 2,000 ਦਾ 5 ਗੁਣਾ ਮੰਨ ਕੇ ਚਲੋ ਉਹ ਆਪਾਂ ਨੂੰ ਉਧਾਰ ਦੇ ਸਕਦੇ ਆ। ਸਟੋਕ ਦੇ ਵਿੱਚ ਸਿਰਫ ਇੰਨਾ ਦਿੰਦੇ ਆ, ਕ੍ਰਿਪਟੋ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ, ਬਟ ਆਪਾਂ ਨੂੰ ਹਮੇਸ਼ਾ 5x ਤੱਕ ਹੀ ਚੂਜ਼ ਕਰਨਾ ਹੁੰਦਾ, ਮਤਲਬ ਕਿ ਇੰਨਾ ਸੇਫ ਉਸ ਤੋਂ ਬਾਅਦ, ਨਹੀਂ ਤਾਂ ਆਪਣੇ ਰਿਸਕ ਵੱਧ ਜਾਂਦੇ ਆ। ਲੀਵਰੇਜ ਲੈਣ ਦਾ ਫਾਇਦਾ ਇਹ ਹੈ ਕਿ ਆਪਾਂ ਨੂੰ ਜਿਹੜਾ ਆਪਾਂ ਨੂੰ ਪ੍ਰੋਫਿਟ ਹੋਊਗਾ ਉਹ ਆਪਾਂ ਨੂੰ ਲੀਵਰੇਜ ਦੇ ਅਨੁਸਾਰ ਅਕੋਰਡਿੰਗ ਹੋਊਗਾ। ਜਿਵੇਂ ਕਿ 2,000 ਆਪਾਂ ਰੁਪਏ ਲਾਏ ਤੇ ਆਪਾਂ ਨੂੰ 5x ਦੀ ਲੀਵਰੇਜ ਦਿੱਤੀ ਤਾਂ ਹੋ ਗਿਆ 10,000 ਹੋ ਗਿਆ, ਤਾਂ ਆਪਾਂ ਨੂੰ ਜਿਹੜਾ ਪ੍ਰੋਫਿਟ ਹੋਊਗਾ 10,000 ਦੇ ਬਰਾਬਰ ਹੋਊਗਾ। ਔਰ ਜਿਹੜਾ ਆਪਾਂ ਨੂੰ ਲੋਸ ਹੋਊਗਾ ਉਹ ਵੀ ਆਪਾਂ ਨੂੰ 10,000 ਦੇ ਅਕੋਰਡਿੰਗ ਹੀ ਹੋਊਗਾ। ਔਰ ਪਰ ਉਹ ਜਿਹੜੀ ਆਪਾਂ ਨੂੰ ਲੀਵਰੇਜ ਵਾਲੀ ਮਨੀ ਆ ਉਹ ਆਪਾਂ ਵਿਡਰੋ ਨਹੀਂ ਕਰ ਸਕਦੇ, ਉਹ ਅਕਾਊਂਟ ਵਾਲਿਆਂ ਦੀ ਹੈ।
ਆਪਾਂ ਸਿਰਫ ਆਪਣਾ ਪ੍ਰੋਫਿਟ ਹੀ ਵਿਡਰੋ ਕਰ ਸਕਦੇ ਹਾਂ ਔਰ ਆਪਣਾ ਜਿਹੜਾ ਐਕਚੁਅਲ ਜਿਹੜਾ ਆਪਣਾ ਅਮਾਉਂਟ ਆਪਣਾ ਉਹੀ ਰਹੂਗਾ। ਇੰਟਰਾਡੇ ਦਾ ਮਤਲਬ ਹੀ ਹੁੰਦਾ ਹੈ, ਇੰਟਰਾਡੇ ਟ੍ਰੇਡਿੰਗ ਮੀਨਸ that you buy and sell stock on the same trading day and other hand ਵੀ ਕ੍ਰਿਪਟੋ 24 ਘੰਟੇ ਖੁੱਲੀ ਰਹਿੰਦੀ ਹੈ ਤਾਂ ਉਹਦੇ ਵਿੱਚ ਆਪਾਂ ਨੂੰ ਜ਼ਿਆਦਾ ਨਹੀਂ ਕੋਈ ਹੈਗਾ, ਆਪਾਂ ਕਦੋਂ ਵੀ ਰਾਤ ਨੂੰ ਦਿਨੇ ਆਪਾਂ ਟ੍ਰੇਡ ਕਰ ਸਕਦੇ ਹਾਂ। ਮਤਲਬ ਉਹਦੇ ਵਿੱਚ ਆਪਾਂ 15 ਮਿੰਟ ਦਾ ਟਾਈਮ ਫਰੇਮ ਲੈਂਦੇ ਹਾਂ। ਜਦੋਂ ਕਿ ਸਵਿੰਗ ਟ੍ਰੇਡਿੰਗ ਦੇ ਵਿੱਚ ਆਪਾਂ ਨੂੰ ਆਪਣੀ ਰੀਅਲ ਮਨੀ ਹੀ ਯੂਜ਼ ਕਰਨੀ ਪੈਂਦੀ ਹੈ, ਆਪਾਂ ਉਹਦੇ 'ਚ ਕੋਈ ਵੀ ਲੀਵਰੇਜ ਯੂਜ਼ ਨਹੀਂ ਕਰ ਸਕਦੇ, ਆਪਾਂ ਨੂੰ ਆਪਣੀ ਰੀਅਲ ਇਨਵੈਸਟਮੈਂਟ ਹੀ ਕਰਨੀ ਪੈਂਦੀ ਆ, ਉਹਦੇ ਹਿਸਾਬ ਨਾਲ ਹੀ ਆਪਾਂ ਨੂੰ ਪ੍ਰੋਫਿਟ ਤੇ ਲੋਸ ਹੁੰਦਾ ਹੈ। ਓਕੇ, ਗੋਟ ਮਾਈ ਪੁਆਇੰਟ। ਹੁਣ ਹੈ ਰਿਸਕ ਮੈਨੇਜਮੈਂਟ ਤੇ ਮਨੀ ਮੈਨੇਜਮੈਂਟ। ਰਿਸਕ ਮੈਨੇਜਮੈਂਟ ਦੇ ਵਿੱਚ ਹੈ RPT, R2R ਤੇ ਵਿਨ ਰੇਟ। RPT ਮਤਲਬ ਰਿਸਕ ਪਰ ਟ੍ਰੇਡ। ਰਿਸਕ ਪਰ ਟ੍ਰੇਡ ਹੋ ਗਿਆ ਜਿਵੇਂ ਦੀ ਕਿ ਆਪਾਂ ਕੋਈ ਵੀ ਸਟਾਕ ਹੈ ਆਪਾਂ ਬਾਈ ਕਰਦੇ ਹਾਂ ਉਸਨੂੰ, ਮਤਲਬ ਕਿ ਸੋਚ ਲਓ ਕਿ ਬਾਈ ਕੀਤਾ ਆਪਾਂ 224 ਤੇ ਔਰ ਸੈਲ ਕਰਨਾ ਆਪਾਂ ਉਹਨੂੰ 228 ਤੇ, ਔਰ ਜਿਹੜਾ ਆਪਣਾ ਸਟੋਪ ਲੋਸ ਹੈ, ਸਟੋਪ ਲੋਸ ਆਪਾਂ ਲਾਉਣਾ ਹੈ 222 ਤੇ। ਯਾਨੀ ਕਿ ਅਗਰ ਆਪਾਂ ਨੂੰ ਪ੍ਰੋਫਿਟ ਹੋਵੇ ਤਾਂ 4 ਰੁਪਏ ਦਾ ਹੋਵੇ, ਲੋਸ ਹੋਵੇ ਤਾਂ ਆਪਾਂ ਨੂੰ 2 ਰੁਪਏ ਦਾ ਹੋਵੇ। ਇਹਦਾ ਰਿਸਕ ਰੇਸ਼ੋ ਹੋ ਗਿਆ 1:2। ਸਟੋਪ ਲੋਸ ਦਾ ਮਤਲਬ ਹੁੰਦਾ ਹੈ ਕਿ ਸਟੋਪ ਲੋਸ ਆਪਾਂ ਕਿਉਂ ਲਾਉਂਦੇ ਹਾਂ, ਸਟੋਪ ਲੋਸ ਆਪਾਂ ਤਾਂ ਲਾਉਂਦੇ ਹਾਂ ਵੀ ਆਪਾਂ ਵੀ ਮੰਨ ਲਓ ਆਪਣੀ ਮਾਰਕੀਟ ਪੂਰੀ ਤਰ੍ਹਾਂ ਡਾਊਨ ਹੋ ਗਈ ਤਾਂ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਪੂਰਾ ਲੋਸ ਦੇ ਵਿੱਚ ਚਲੇ ਜਾਣਾ। ਸਟੋਪ ਲੋਸ ਆਪਾਂ ਇੰਨਾ ਕੁ ਲਾਉਣੇ ਆ ਕਿ ਮੰਨ ਲਓ ਮੇਰੇ ਕੋਲ ਅੱਜ 10,000 ਰੁਪਏ ਹੈ, 10,000 ਮੈਂ ਸਿਰਫ ਉਸ ਤੇ 200 ਦਾ 500 ਦਾ ਮਤਲਬ ਕਿ ਇੰਨਾ ਕੁ ਰਿਸਕ ਲੈ ਸਕਦੀ ਹਾਂ ਮੈਂ ਕਿ ਇਸ ਤੋਂ ਵੱਧ ਮੇਰੇ ਅੱਜ ਡੁੱਬਣੇ ਨਹੀਂ ਚਾਹੀਦੇ ਗੇ। ਅਗਰ ਮਾਰਕੀਟ ਬਾਈ ਚਾਂਸ ਡਾਊਨ ਹੁੰਦੇ ਆ ਤਾਂ ਆਪਾਂ ਉਸ ਚੀਜ਼ ਕਰਕੇ ਸਟੋਪ ਲੋਸ ਲਾਉਣੇ ਆ। ਔਰ ਜਦੋਂ ਆਪਾਂ ਟ੍ਰੇਡ ਕਰਦੇ ਹਾਂ ਤਾਂ ਆਪਣਾ 1:2 ਆਪਾਂ ਲੈ ਕੇ ਚੱਲਣਾ ਹੈ ਕਿ ਅਗਰ ਆਪਾਂ ਬਾਇੰਗ ਕਰ ਰਹੇ ਹਾਂ 224 ਤੇ ਆਪਣਾ ਜਿਹੜਾ ਪ੍ਰੋਫਿਟ ਹੋਣਾ ਚਾਹੀਦਾ ਹੈ ਉਹ 4 ਰੁਪਏ ਵੱਧ ਹੋਵੇ ਔਰ ਜਿਹੜਾ ਆਪਣਾ ਸਟੋਪ ਲੋਸ ਹੈ ਉਹ 2 ਘੱਟ ਹੋਵੇ, ਮਤਲਬ ਕਿ ਐਵੇਂ ਆਪਾਂ ਬਣਾ ਕੇ ਚੱਲਣਾ ਹੈ। ਜਿਵੇਂ ਦੀ ਹੁਣ ਦੂਜਾ ਐਗਜ਼ਾਮਪਲ ਲੈਂਦੇ ਹਾਂ ਆਪਾਂ ਕਿ ਆਪਾਂ ਬਾਈ ਕੀਤਾ 224 ਤੇ ਪਰ ਆਪਾਂ ਸੈਲ ਦਾ ਆਪਾਂ ਰੱਖ ਲਿਆ 225 ਤੇ, ਸਟੋਪ ਲੋਸ ਆਪਾਂ ਰੱਖ ਲਿਆ 222 ਤੇ, ਔਰ ਇਹਦਾ ਰਿਸਕ ਰੇਸ਼ੋ ਕਿੰਨਾ ਬਣਿਆ 2:1। ਤਾਂ ਇਹ ਚੀਜ਼ ਬਿਲਕੁਲ ਗਲਤ ਆ, ਆਪਾਂ ਐਵੇਂ ਟ੍ਰੇਡ ਕਰਨੀ ਹੀ ਨਹੀਂ। ਮਤਲਬ ਕਿ ਅਗਰ ਆਪਾਂ ਨੂੰ ਕੋਈ ਐਵੇਂ ਦਾ ਸਟਾਕ ਮਿਲ ਰਿਹਾ ਤਾਂ ਆਪਾਂ ਉਹਦੇ 'ਚ ਟ੍ਰੇਡਿੰਗ ਬਿਲਕੁਲ ਵੀ ਨਹੀਂ ਕਰਨੀ। ਆਪਾਂ ਨੂੰ ਜਿਹੜਾ ਪ੍ਰੋਫਿਟ ਹੈ ਉਹ ਆਪਣੇ ਲੋਸ ਤੋਂ ਡਬਲ ਜਾਂ ਟ੍ਰਿਪਲ ਹੋਣਾ ਚਾਹੀਦਾ, ਇਕਵਲ ਤਾਂ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ। ਔਰ ਅਗਰ ਐਵੇਂ ਦਾ ਕੁਝ ਹੈ ਤਾਂ ਆਪਾਂ ਉਸ ਸਟਾਕ ਦੇ ਵਿੱਚ ਜਾਂ ਉਸ ਕ੍ਰਿਪਟੋ ਦੇ ਵਿੱਚ ਆਪਾਂ ਬਿਲਕੁਲ ਵੀ ਟ੍ਰੇਡਿੰਗ ਨਹੀਂ ਕਰਨੀ। ਛੱਡ ਦਿਓ ਉਸ ਸਟਾਕ ਨੂੰ, ਅਗਲੇ ਦਿਨ ਕਰਾਂਗੇ, ਨੈਕਸਟ ਡੇ ਕਰਾਂਗੇ, ਪਰ ਐਵੇਂ ਬਿਲਕੁਲ ਵੀ ਨਹੀਂ ਕਰਨੀ। ਜਿੰਨਾ ਆਪਣਾ ਸਟੋਪ ਲੋਸ ਹੈ ਸਟੋਪ ਲੋਸ ਦੇ ਡਬਲ ਜਾਂ ਟ੍ਰਿਪਲ ਆਪਣਾ ਪ੍ਰੋਫਿਟ ਵਾਲਾ ਟਾਰਗੇਟ ਹੋਣਾ ਚਾਹੀਦਾ ਹੈ। ਟਾਰਗੇਟ ਹੁੰਦਾ ਆਪਣਾ ਕਿ ਆਪਾਂ ਕਿੰਨਾ ਪ੍ਰੋਫਿਟ ਲੈ ਰਹੇ ਹਾਂ, ਔਰ ਸਟੋਪ ਲੋਸ ਆਪਣੇ ਬਾਇੰਗ ਪੁਆਇੰਟ ਤੋਂ ਥੱਲੇ ਹੁੰਦਾ ਹੈ ਵੀ ਸਾਡਾ ਇਸ ਤੋਂ ਥੱਲੇ ਆਪਣਾ ਲੋਸ ਨਹੀਂ ਹੋਣਾ ਚਾਹੀਦਾ। ਸਟੋਪ ਲੋਸ ਮਤਲਬ ਇਹੀ ਹੁੰਦਾ ਹੈ। ਅਗਲਾ ਹੈਗਾ ਵਿਨ ਰੇਟ ਹੁੰਦਾ ਕਿ ਆਪਾਂ ਜਦੋਂ ਆਪਾਂ ਟ੍ਰੇਡਿੰਗ ਕਰਦੇ ਹਾਂ ਤਾਂ ਆਪਣੀ ਸਾਰੀ ਟ੍ਰੇਡਿੰਗ ਕਦੇ ਵੀ ਸਹੀ ਨਹੀਂ ਜਾਂਦੀ। ਮਤਲਬ ਕਿ ਮੈਂ ਇੱਕ ਦਿਨ ਦੇ ਵਿੱਚ 10 ਟ੍ਰੇਡਿੰਗ ਲੈ ਰਹੀ ਹਾਂ, 10 ਟ੍ਰੇਡ ਲੈ ਰਹੀ ਹਾਂ ਤਾਂ 10 ਦੀ 10 ਸਹੀ ਨਹੀਂ ਜਾਣਗੀਆਂ, ਕਦੇ ਵੀ ਨਹੀਂ ਜਾਣਗੀਆਂ। 10 ਦੇ ਵਿੱਚੋਂ ਆਪਣੀਆਂ 6 ਸਹੀ ਜਾ ਸਕਦੀਆਂ, 7 ਸਹੀ ਜਾ ਸਕਦੀਆਂ, ਪਰ ਸਾਰੀਆਂ ਸਹੀ ਨਹੀਂ ਜਾਣਗੀਆਂ, ਕਿਸੇ ਦੀਆਂ ਵੀ ਨਹੀਂ ਜਾਂਦੀਆਂ, ਈਵਨ ਐਕਸਪਰਟ ਦੀਆਂ ਵੀ ਨਹੀਂ ਜਾਂਦੀਆਂ। ਇਹ ਹਮੇਸ਼ਾ ਆਪਦੇ ਮਾਈਂਡ ਦੇ ਵਿੱਚ ਸੋਚ ਕੇ ਹੀ ਰੱਖੋ
ਕਿ ਨਹੀਂ ਜਾਣੀ ਹੈ। ਬਸ ਐਸੇ ਕਰਕੇ ਹੀ ਆਪਾਂ ਨੂੰ ਮਨੀ ਮੈਨੇਜਮੈਂਟ ਦਾ ਧਿਆਨ ਰੱਖਣਾ ਪੈਂਦਾ ਹੈ, ਰਿਸਕ ਮੈਨੇਜਮੈਂਟ ਦਾ ਧਿਆਨ ਰੱਖਣਾ ਪੈਂਦਾ ਹੈ। ਕਦੇ ਵੀ ਆਪਣੀ ਸਾਰੀ ਮਨੀ ਟ੍ਰੇਡਿੰਗ ਦੇ ਵਿੱਚ ਨਹੀਂ ਲਾਉਣੀ। ਆਪਣੀ ਮਨੀ ਦਾ ਕੁਛ ਪਰਸੈਂਟੇਜ 2% 10% ਆਪਣੀ ਜੋ ਫੰਡਿੰਗ ਹੈ ਉਹਦਾ ਲਾਉਣਾ ਸਿਰਫ। ਔਰ ਵਿਨ ਰੇਟ ਦਾ ਮਤਲਬ ਇਹੀ ਆ ਕਿ ਜਦੋਂ ਆਪਾਂ ਰਿਸਕ ਮੈਨੇਜਮੈਂਟ ਲੈ ਕੇ ਚੱਲਦੇ ਹਾਂ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਆਪਣਾ ਲੋਸ ਤੋਂ ਆਪਣੀ ਡਬਲ ਪ੍ਰੋਫਿਟ ਹੋਣੀ ਚਾਹੀਦੀ ਹੈ, ਡਬਲ ਹੋਣਾ ਚਾਹੀਦਾ। ਤਾਂ ਜਦੋਂ ਆਪਣਾ ਵਿਨ ਰੇਟ ਵੇਖੀਏ ਨਾ ਆਪਾਂ ਵਿਨ ਰੇਟ ਕਿੰਨਾ, ਤਾਂ ਉਹ ਆਪਣਾ ਜ਼ਿਆਦਾ ਹੋਣਾ ਚਾਹੀਦਾ ਲੋਸ ਦੇ ਨਾਲੋਂ। ਮਤਲਬ ਅਗਰ ਆਪਾਂ 4 ਟ੍ਰੇਡ ਲੈ ਰਹੇ ਹਾਂ, 4 ਦੇ ਵਿੱਚੋਂ ਆਪਣੀਆਂ 3 ਸਹੀ ਗਈਆਂ, ਇੱਕ ਦੇ ਵਿੱਚ ਲੋਸ ਹੋ ਗਿਆ, ਤਾਂ ਆਪਣਾ ਵਿਨ ਰੇਟ ਜ਼ਿਆਦਾ ਹੀ ਹੋਊਗਾ ਨਾ ਲੋਸ ਵਾਲੀ ਨਾਲੋਂ। ਸੋ ਇਹ ਚੀਜ਼ ਆਪਣੇ ਮਾਈਂਡ ਦੇ ਵਿੱਚ ਰੱਖਣੀ ਹੈ। ਐਸੇ ਕਰਕੇ ਹੀ ਰਿਸਕ ਮੈਨੇਜਮੈਂਟ ਦਾ ਜ਼ਿਆਦਾ ਧਿਆਨ ਰੱਖਿਆ ਜਾਂਦਾ ਹੈ। ਔਰ ਵਿਨ ਰੇਟ ਆਪਣਾ ਅਗਰ ਸਹੀ ਹੈ ਤਾਂ ਆਪਾਂ ਓਵਰਆਲ ਪ੍ਰੋਫਿਟ ਦੇ ਵਿੱਚ